ਭਾਈ ਮਹਾਰਾਜ ਜੀ ਸਿੱਖ ਇਤਿਹਾਸ ਦੀ ਉਹ ਕੜੀ ਸਨ ਜਿਸ ਨੇ ਖਾਲਸਾ ਰਾਜ ਦਾ ਸੋਹਣਾ ਸਮਾਂ ਅੰਤ ਅਤੇ ਅੰਗਰੇਜ਼ਾਂ ਦੇ ਅਧੀਨ ਹੁੰਦਾ ਪੰਜਾਬ ਦੇਖਿਆ। ਭਾਈ ਮਹਾਰਾਜ ਜੀ ਸੱਚੇ ਅਰਥਾਂ ਵਿੱਚ ਇੱਕ ਸੰਤ ਸਿਪਾਹੀ ਸਨ। ਉਹਨਾਂ ਦੀ ਨਿਸ਼ਕਾਮ ਬਿਰਤੀ ਅਤੇ ਸੰਤ ਸਰੂਪ ਨੇ ਅਮੀਰ ਗਰੀਬ ਸਭ ਨੂੰ ਸਿੱਖ ਰਾਜ ਦੇ ਅੰਤਿਮ ਵਰ੍ਹਿਆਂ ਵਿੱਚ ਅੰਗਰੇਜ਼ਾਂ ਤੇ ਡੋਗਰਿਆਂ ਦੀਆਂ ਕੁਚਾਲਾਂ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਆ। ਜਿੰਨਾ ਚਿਰ ਉਹ ਜਿਉਂਦੇ ਰਹੇ, ਭਾਵੇਂ ਸੁਤੰਤਰ ਰੂਪ ਵਿੱਚ ਤੇ ਭਾਵੇਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਸਿੰਗਾਪੁਰ ਦੀ ਧਰਤੀ ਤੇ ਅੰਗਰੇਜ਼ਾਂ ਦੀ ਕੈਦ ਵਿੱਚ, ਅੰਗਰੇਜ਼ ਸਰਕਾਰ ਉਹਨਾਂ ਦੇ ਨਾਂ ਤੋਂ ਕੰਬਦੀ ਰਹੀ। ਭਾਈ ਮਹਾਰਾਜ ਜੀ ਦੇ ਪਿਛੋਕੜ ਬਾਰੇ ਇਤਿਹਾਸ ਵਿੱਚ ਕੁਝ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਇਹਨਾਂ ਦਾ ਅਸਲੀ ਨਾਮ ਸਰਦਾਰ ਨਿਹਾਲ ਸਿੰਘ ਸੀ। ਪੁਰਾਤਨ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸੇਵਕ ਸਨ। ਇਹਨਾਂ ਦੀ ਆਦਰਸ਼ ਸ਼ਖਸੀਅਤ ਨੇ ਸਭ ਦੇ ਮਨ ਨੂੰ ਮੋਹ ਲਿਆ ਸੀ ਤੇ ਸਾਰੇ ਆਦਰ ਨਾਲ ਮਹਾਰਾਜ ਕਹਿਣ ਲੱਗ ਪਏ ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਇਹਨਾਂ ਨੂੰ ਮਹਾਰਾਜ ਸਿੰਘ ਕਹਿ ਕੇ ਬੁਲਾਉਣਾ ਸ਼ੁਰੂ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਅਚਾਨਕ ਚਲਾਣੇ ਮਗਰੋਂ ਸਿੱਖ ਰਾਜ ਜਿਸ ਤੇਜ਼ੀ ਨਾਲ ਡੋਗਰਿਆਂ ਤੇ ਅੰਗਰੇਜ਼ਾਂ ਦੀ ਕੂਟਨੀਤੀ ਦਾ ਸ਼ਿਕਾਰ ਹੋਇਆ, ਉਸਨੇ ਹਰ ਸੱਚੇ ਸਿੱਖ ਨੂੰ ਫਿਕਰਮੰਦ ਕੀਤਾ। ਭਾਈ ਮਹਾਰਾਜ ਵੀ ਇੱਕ ਸੱਚੇ ਪੰਥਦਰਦੀ ਵਾਂਗ ਇਹ ਤਮਾਸ਼ਾ ਚੁੱਪਚਾਪ ਨਹੀਂ ਸੀ ਦੇਖ ਸਕਦੇ। ਉਹਨਾਂ ਨੇ ਡੋਗਰਿਆਂ ਦੀਆਂ ਕੂਟ ਚਾਲਾਂ ਨੂੰ ਨੱਥਾਂ ਪਾਉਣ ਲਈ ਸਰਦਾਰਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਡੋਗਰੇ ਇਸ ਗੱਲ ਨੂੰ ਕਦੇ ਨਹੀਂ ਸੀ ਸਹਿ ਸਕਦੇ। ਰਾਜਾ ਹੀਰਾ ਸਿੰਘ ਨੇ, ਜੋ ਨਾਬਾਲਗ ਦਲੀਪ ਸਿੰਘ ਦੇ ਰਾਜਗੱਦੀ ਤੇ ਬੈਠਣ ਸਮੇਂ ਰਾਜਕਾਜ ਦੇ ਸਾਰੇ ਅਧਿਕਾਰ ਸੰਭੀ ਬੈਠਾ ਸੀ, ਭਾਈ ਮਹਾਰਾਜ ਦੇ ਡੇਰੇ ਤੇ ਫੌਜ ਚੜਾ ਦਿੱਤੀ ਤਾਂ ਕਿ ਇਹ ਸਰਗਰਮੀ ਨੂੰ ਰੋਕਿਆ ਜਾ ਸਕੇ। ਬਾਬਾ ਵੀਰ ਸਿੰਘ ਇਸ ਮੁੱਠਭੇੜ ਵਿੱਚ ਸ਼ਹੀਦ ਹੋ ਗਏ ਸੀ। ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਖਬਰ ਦੂਰ ਦੂਰ ਤੱਕ ਫੈਲ ਗਈ ਤੇ ਲੋਕ ਭੜਕ ਉੱਠੇ ਤੇ ਛੇਤੀ ਹੀ ਰਾਜਾ ਹੀਰਾ ਸਿੰਘ ਨੂੰ ਆਪਣੇ ਕੀਤੇ ਦਾ ਫਲ ਮਿਲ ਗਿਆ। ਇਸ ਤੋਂ ਬਾਅਦ ਇਸ ਡੇਰੇ ਦੀ ਅਗਵਾਈ ਭਾਈ ਮਹਾਰਾਜ ਜੀ ਨੇ ਸਾਂਭ ਲਈ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣੀ ਪਏਗੀ। ਉਹਨਾਂ ਨੇ ਪਿੰਡੋਂ ਪਿੰਡ ਜਾ ਕੇ ਦੌਰਾ ਕਰਕੇ ਆਪਣੇ ਮਿਸ਼ਨ ਦੀ ਪੂਰਤੀ ਲਈ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਇੱਕ ਪ੍ਰੇਮਾ ਸਾਜ਼ਿਸ਼ ਰਚੀ ਜਿਸ ਦਾ ਮੁੱਖ ਉਦੇਸ਼ ਸੀ ਰੈਜ਼ੀਡੈਂਟ ਹੈਨਰੀ ਲਾਰੈਂਸ, ਦੇਸ਼ ਧਰੋਹੀ ਡੋਗਰਿਆਂ ਤੇ ਉਹਨਾਂ ਦੇ ਸਾਥੀਆਂ ਨੂੰ 12 ਅਪ੍ਰੈਲ 1847 ਨੂੰ ਸ਼ਾਲਾਮਾਰ ਬਾਗ ਵਿੱਚ ਹੋਣ ਵਾਲੀ ਮੀਟਿੰਗ ਸਮੇਂ ਕਤਲ ਕਰਨਾ। ਇਸ ਮੀਟਿੰਗ ਵਿੱਚ ਮਹਾਰਾਣੀ ਜਿੰਦਾ ਵੀ ਸ਼ਾਮਿਲ ਹੋਏ ਸੀ। ਬਦਕਿਸਮਤੀ ਨਾਲ ਇਸ ਦੀ ਖਬਰ ਅੰਗਰੇਜ਼ਾਂ ਤੱਕ ਪਹੁੰਚ ਗਈ ਤੇ ਇਹ ਪਲਾਨ ਫੇਲ ਹੋ ਗਿਆ। ਭਾਈ ਸਾਹਿਬ ਨੂੰ ਫੜਨ ਲਈ ਅੰਗਰੇਜ਼ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ, ਕਿਉਂਕਿ ਉਹ ਜਾਣਦੇ ਸੀ ਕਿ ਜੇ ਭਾਈ ਸਾਹਿਬ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਇਕਲੌਤੇ ਸਿੱਖ ਨੇ ਜਿਨ੍ਹਾਂ ਵਿੱਚ ਮੁੜ ਸਿੱਖਾਂ ਨੂੰ ਇਕੱਠੇ ਕਰਨ ਦੀ ਤਾਕਤ ਸੀ। ਇਹਨਾਂ ਵਿੱਚ ਰਾਜ ਕਰਨ ਅਤੇ ਕੋਈ ਵੀ ਸਕੀਮ ਨੂੰ ਸਿਰੇ ਚਾੜਨ ਦੀ ਪੂਰੀ ਕਾਬਲੀਅਤ ਸੀ। ਇਹ ਜੋ ਸੋਚਦੇ ਸੀ ਉਹੀ ਕਰ ਦਿਖਾਉਂਦੇ ਸੀ। ਅੰਗਰੇਜ਼ ਸਰਕਾਰ ਇਹਨਾਂ ਤੋਂ ਥਰ-ਥਰ ਕੰਬਣ ਲੱਗੀ। ਹੁਣ ਅੰਗਰੇਜ਼ਾਂ ਲਈ ਭਾਈ ਮਹਾਰਾਜ ਨੂੰ ਫੜਨਾ ਬਹੁਤ ਜ਼ਰੂਰੀ ਹੋ ਗਿਆ ਸੀ। ਅੰਮ੍ਰਿਤਸਰ ਵਿੱਚ ਭਾਈ ਸਾਹਿਬ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਹੁਣ ਉਹ ਮੁਲਤਾਨ ਵੱਲ ਦੀਵਾਨ ਮੂਲ ਰਾਜ ਕੋਲ ਚਲੇ ਗਏ, ਜੋ ਸਿੱਖਾਂ ਦਾ ਪੱਕਾ ਹਿਮਾਇਤੀ ਸੀ ਤੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨਾ ਚਾਹੁੰਦਾ ਸੀ। ਇਹਨਾਂ ਨੇ ਰਲ ਕੇ ਫਿਰ ਤੋਂ ਸਭ ਨੂੰ ਇਕੱਠਾ ਕੀਤਾ ਤੇ ਮਹਾਰਾਣੀ ਜਿੰਦਾ ਨੇ ਵੀ ਮਦਦ ਕੀਤੀ ਸੀ। ਹੁਣ ਇਹ ਬਗਾਵਤ ਅੰਗਰੇਜ਼ਾਂ ਲਈ ਤਕੜੀ ਸਿਰਦਰਦੀ ਬਣ ਗਈ। ਅੰਗਰੇਜ਼ੀ ਸਰਕਾਰ ਨੇ ਵਾਧੂ ਫੌਜ ਤੇ ਤੋਪਖਾਨਾ ਦੇ ਕੇ ਕੈਪਟਨ ਕੌਕਸ ਨੂੰ ਮਗਰ ਮੁਲਤਾਨ ਭੇਜ ਦਿੱਤਾ, ਪਰ ਭਾਈ ਸਾਹਿਬ ਹਰ ਵਾਰ ਹੱਥੋਂ ਨਿਕਲ ਜਾਂਦੇ। ਛੇਤੀ ਹੀ ਦੀਵਾਨ ਮੂਲ ਰਾਜ ਅਤੇ ਭਾਈ ਮਹਾਰਾਜ ਵਿੱਚ ਮਤਭੇਦ ਪੈਦਾ ਹੋ ਗਏ। ਇਹ ਮਤਭੇਦ ਫੌਜ ਨੂੰ ਦਿੱਤੀ ਜਾਂਦੀ ਘੱਟ ਤਨਖਾਹ ਕਾਰਨ ਪੈਦਾ ਹੋਏ ਸੀ। ਹੁਣ ਭਾਈ ਸਾਹਿਬ ਮੁਲਤਾਨ ਛੱਡ ਕੇ ਵਾਪਿਸ ਆਏ ਤਾਂ ਕਹਿ ਗਏ ਸੀ ਕਿ ਛੇਤੀ ਹੀ ਮੁਲਤਾਨ ਅੰਗਰੇਜ਼ਾਂ ਦੇ ਅਧੀਨ ਹੋ ਜਾਵੇਗਾ ਤੇ ਬਾਅਦ ਵਿੱਚ ਇਹੀ ਹੋਇਆ। ਉਹਨਾਂ ਨੇ ਵਾਪਿਸ ਆ ਕੇ ਅਟਾਰੀ ਵਾਲੇ ਸਰਦਾਰਾਂ ਨਾਲ ਰਲ ਕੇ ਦੁਬਾਰਾ ਬਗਾਵਤ ਖੜੀ ਕੀਤੀ। ਸਰਦਾਰ ਚਤਰ ਸਿੰਘ ਅਟਾਰੀ ਵਾਲਾ ਇਸ ਬਗਾਵਤ ਦੇ ਮੋਢੀ ਸਨ। ਗੁਜਰਾਤ ਦੀ ਲੜਾਈ ਇਸ ਬਗਾਵਤ ਦੀ ਆਖਰੀ ਲੜਾਈ ਸੀ ਜਿਸ ਵਿੱਚ ਸਿੰਘ ਆਪਣੇ ਸੀਮਿਤ ਸਾਧਨਾਂ ਕਰਕੇ ਹਾਰ ਗਏ। ਭਾਈ ਮਹਾਰਾਜ ਜੀ ਹਾਰ ਮੰਨਣ ਵਾਲੇ ਕਿੱਥੇ ਸੀ। ਉਹ ਹਾਰ ਉਪਰੰਤ ਰਾਵਲਪਿੰਡੀ ਚਲੇ ਗਏ। ਅੰਗਰੇਜ਼ਾਂ ਨੇ 15,000 ਸਿਪਾਹੀ ਅਤੇ ਤੋਪਖਾਨਾ ਲੈ ਕੇ ਉਹਨਾਂ ਦਾ ਪਿੱਛਾ ਕੀਤਾ। ਭਾਈ ਸਾਹਿਬ ਨੇ ਅਟਾਰੀ ਵਾਲਿਆਂ ਨੂੰ ਕਿਹਾ ਕਿ ਇੱਕ ਵਾਰ ਫੇਰ ਅੰਗਰੇਜ਼ਾਂ ਨਾਲ ਟੱਕਰ ਲਈ ਜਾਵੇ, ਪਰ ਅਟਾਰੀ ਵਾਲੇ ਹਥਿਆਰ ਸੁੱਟ ਚੁੱਕੇ ਸਨ। ਭਾਈ ਮਹਾਰਾਜ ਨੇ ਦਿਲ ਵਿੱਚ ਧਾਰ ਲਿਆ ਸੀ ਕਿ ਉਹ ਹਥਿਆਰ ਨਹੀਂ ਸੁੱਟਣਗੇ, ਆਪਣੇ ਆਖਰੀ ਦਮ ਤੱਕ ਟੱਕਰ ਲੈਣਗੇ। ਇਸ ਤੋਂ ਬਾਅਦ ਉਹ ਜੰਮੂ ਵੱਲ ਨਿਕਲ ਗਏ। ਘਣੇ ਜੰਗਲਾਂ ਨਾਲ ਘਿਰੇ ਇਲਾਕੇ ਨੇ ਇਹਨਾਂ ਨੂੰ ਇੱਕ ਵਾਰ ਫੇਰ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ। ਇਤਿਹਾਸ ਫੇਰ ਦੁਹਰਾਇਆ ਗਿਆ। ਇਕੱਲੇ ਸਿੰਘ ਨੇ ਜੰਗਲ ਵਿੱਚ ਰਹਿ ਕੇ ਵੱਡੀ ਬਗਾਵਤ ਖੜੀ ਕਰ ਲਈ। ਇਸ ਵੇਲੇ ਜੰਮੂ ਦੇ ਹਾਕਮ ਦੇਸ਼ ਧਰੋਹੀ ਡੋਗਰੇ ਸਨ।
ਭਾਈ ਸਾਹਿਬ ਨੇ ਪਹਿਲਾਂ ਇਹਨਾਂ ਨੂੰ ਹੀ ਨਿਸ਼ਾਨਾ ਬਣਾਇਆ। ਉਹਨਾਂ ਚੰਬੀ ਦੀ ਨੇੜੇ ਰਾਮਨਗਰ ਦੇ ਕਿਲੇ ਉੱਤੇ ਹਮਲਾ ਕਰਕੇ ਆਪਣੇ ਕਬਜ਼ੇ ਹੇਠ ਕਰ ਲਿਆ ਤੇ ਪੰਜਾਬ ਵੱਲ ਵਾਪਸ ਆਉਣ ਦਾ ਫੈਸਲਾ ਕੀਤਾ ਤਾਂ ਕਿ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਤੋਂ ਛੁਡਾਇਆ ਜਾ ਸਕੇ। ਉਹਨਾਂ ਨੇ ਆ ਕੇ ਛਾਉਣੀਆਂ ਤੇ ਹਮਲੇ ਕਰਨੇ ਸਨ। ਸਰਕਾਰੀ ਸੂਈਏ ਨੇ ਖਬਰ ਦੇ ਦਿੱਤੀ ਕਿ ਭਾਈ ਸਾਹਿਬ ਆਦਮਪੁਰ ਤੇ ਸ਼ਾਮ 84 ਦੇ ਵਿਚਕਾਰ ਖੇਤਾਂ ਵਿੱਚ ਲੁਕੇ ਹਨ। ਮਿੰਟਾਂ ਵਿੱਚ ਹੀ ਡਿਪਟੀ ਨੇ ਇੱਕ ਪਾਰਟੀ ਤਿਆਰ ਕਰਕੇ ਹਥਿਆਰ ਅਤੇ ਘੋੜੇ ਦੇ ਕੇ ਉਧਰ ਤੋਰੀ। ਭਾਈ ਸਾਹਿਬ ਨੂੰ 21 ਸਾਥੀਆਂ ਸਮੇਤ 28 ਦਸੰਬਰ 1849 ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਈ ਸਾਹਿਬ ਨੂੰ ਫੜਨ ਤੋਂ ਬਾਅਦ ਵੀ ਅੰਗਰੇਜ਼ ਸਰਕਾਰ ਨੂੰ ਮਸਾਂ ਹੀ ਤਸੱਲੀ ਹੋਈ ਕਿ ਉਹ ਇੱਕ ਖਤਰਨਾਕ ਬਾਗੀ ਨੂੰ ਕੈਦ ਵਿੱਚ ਲੈ ਕੇ ਜਾ ਰਹੇ ਨੇ। ਅੰਗਰੇਜ਼ਾਂ ਨੂੰ ਤਸੱਲੀ ਉਦੋਂ ਹੋਈ ਜਦੋਂ ਉਹਨਾਂ ਨੂੰ ਜੇਲ੍ਹ ਲਿਜਾਂਦੇ ਸਮੇਂ ਰਸਤੇ ਵਿੱਚ ਹਰ ਇੱਕ ਸਿੱਖ ਨੇ ਸਿਰ ਨਿਵਾ ਕੇ ਭਾਈ ਸਾਹਿਬ ਦਾ ਸਤਿਕਾਰ ਕੀਤਾ। ਗ੍ਰਿਫਤਾਰੀ ਦੀ ਗੱਲ ਫੈਲਦਿਆਂ ਹੀ ਹਜ਼ਾਰਾਂ ਸਿੱਖ ਜੇਲ੍ਹ ਦੀ ਹੱਦ ਅੰਦਰ ਇਕੱਠੇ ਹੋ ਗਏ। ਸਰਕਾਰ ਨੂੰ ਡਰ ਪੈ ਗਿਆ ਕਿਤੇ ਲੋਕ ਭਾਈ ਸਾਹਿਬ ਨੂੰ ਰਿਹਾ ਕਰਵਾਉਣ ਲਈ ਜੇਲ੍ਹ ਉੱਤੇ ਹੱਲਾ ਹੀ ਨਾ ਬੋਲ ਦੇਣ। ਇਸ ਕਰਕੇ ਭਾਈ ਸਾਹਿਬ ਨੂੰ ਜੰਜੀਰਾਂ ਵਿੱਚ ਜਕੜ ਲਿਆ ਗਿਆ ਅਤੇ ਕੈਦ ਕੋਠੜੀ ਬਾਹਰ ਸਖਤ ਪਹਿਰਾ ਲਾਇਆ ਗਿਆ। ਉਹਨਾਂ ਦੀ ਪੂਰੀ ਨਿਗਰਾਨੀ ਰੱਖਣ ਤੋਂ ਬਾਅਦ ਵੀ ਹਿੰਦੁਸਤਾਨ ਦਾ ਮਾਲਕ ਲਾਰਡ ਡਲਹੌਜ਼ੀ ਭਾਈ ਸਾਹਿਬ ਨੂੰ ਛੇਤੀ ਤੋਂ ਛੇਤੀ ਪੰਜਾਬ ਤੋਂ ਬਾਹਰ ਇਲਾਹਾਬਾਦ ਵੱਲ ਲਿਜਾਣਾ ਚਾਹੁੰਦਾ ਸੀ। ਡਲਹੌਜ਼ੀ ਦੇ ਭਾਈ ਸਾਹਿਬ ਦੇ ਨਾਮ ਤੋਂ ਹੀ ਸਾਹ ਸੁੱਕ ਜਾਂਦੇ ਸਨ। 30 ਜਨਵਰੀ 1850 ਨੂੰ ਭਾਈ ਸਾਹਿਬ ਜਲੰਧਰੋਂ ਇਲਾਹਾਬਾਦ ਲਈ ਤੇ ਅੱਗੇ ਕਲਕੱਤੇ ਲਈ ਤੋਰ ਦਿੱਤੇ ਗਏ। 19 ਅਪ੍ਰੈਲ ਨੂੰ ਉਹਨਾਂ ਨੂੰ ਕਲਕੱਤੇ ਪਹੁੰਚਾ ਦਿੱਤਾ ਗਿਆ। ਮਹੀਨੇ ਕੁ ਬਾਅਦ ਫਿਰ ਉਹਨਾਂ ਨੂੰ 15 ਮਈ ਨੂੰ ਸਮੁੰਦਰੀ ਜਹਾਜ਼ ਚੜਾ ਕੇ ਸਿੰਗਾਪੁਰ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਸਖਤ ਕੈਦ ਵਿੱਚ ਸੁੱਟ ਦਿੱਤਾ ਗਿਆ। ਭਾਈ ਸਾਹਿਬ ਨੂੰ ਸਭ ਤੋਂ ਦੂਰ ਉੱਪਰਲੀ ਮੰਜ਼ਲ ਉੱਤੇ ਰੱਖਿਆ ਗਿਆ। ਉਹਨਾਂ ਦੇ ਕਮਰੇ ਦੀਆਂ ਖਿੜਕੀਆਂ ਨੂੰ ਇੱਟਾਂ ਨਾਲ ਭਰ ਦਿੱਤਾ ਅਤੇ ਬਰਾਂਡੇ ਵਿੱਚ ਮਜ਼ਬੂਤ ਲੋਹੇ ਦਾ ਗੇਟ ਲਾਇਆ। ਇਹ ਸਭ ਤੋਂ ਆਪਾਂ ਸੋਚ ਸਕਦੇ ਹਾਂ ਕਿ ਕਿੰਨਾ ਡਰ ਹੋਵੇਗਾ ਅੰਗਰੇਜ਼ਾਂ ਵਿੱਚ ਉਹਨਾਂ ਦਾ। ਇਸ ਕੁੱਪ ਹਨੇਰੀ ਕਾਲ ਕੋਠੜੀ ਵਿੱਚ ਸੰਗਲਾਂ ਨਾਲ ਨੂੜੇ ਭਾਈ ਸਾਹਿਬ ਦੀ ਸਿਹਤ ਤੇਜ਼ੀ ਨਾਲ ਵਿਗੜਨ ਲੱਗੀ। ਕੁਝ ਕੁ ਮਹੀਨਿਆਂ ਵਿੱਚ ਹੀ ਉਹਨਾਂ ਦੀ ਨਜ਼ਰ ਕਮਜ਼ੋਰ ਹੋਣ ਲੱਗੀ। ਉਹਨਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਵੀ ਹੋਈ, ਪਰ ਭਾਈ ਸਾਹਿਬ ਨੇ ਉਫ ਨਹੀਂ ਕੀਤੀ। ਅਗਸਤ 1851 ਨੂੰ ਸਿੰਗਾਪੁਰ ਦੇ ਗਵਰਨਰ ਨੇ ਹਿੰਦੁਸਤਾਨ ਸਰਕਾਰ ਨੂੰ ਚਿੱਠੀ ਲਿਖੀ ਕਿ ਜਦੋਂ ਦੇ ਭਾਈ ਸਾਹਿਬ ਸਾਡੇ ਕੋਲ ਜੇਲ੍ਹ ਵਿੱਚ ਆਏ ਨੇ, ਉਹਨਾਂ ਦਾ ਵਿਵਹਾਰ ਬਿਲਕੁਲ ਠੀਕ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਸਭ ਮੁਸੀਬਤਾਂ ਤੇ ਕਸ਼ਟ ਸਹਾਰੇ ਨੇ ਅਤੇ ਡੋਲੇ ਨਹੀਂ, ਉਹ ਸਭ ਕੁਝ ਸਿੱਖ ਗੁਰੂਆਂ ਵੱਲੋਂ ਦੱਸੇ ਰਾਹ ਦੇ ਅਨੁਕੂਲ ਹੈ। ਭਾਈ ਸਾਹਿਬ ਦੀ ਸਿਹਤ ਦਿਨੋਂ ਦਿਨ ਵਿਗੜਦੀ ਰਹੀ। ਜਨਵਰੀ 1853 ਵਿੱਚ ਉਹਨਾਂ ਦੀਆਂ ਅੱਖਾਂ ਦੀ ਜੋਤ ਬਿਲਕੁਲ ਖਤਮ ਹੋ ਗਈ ਤੇ ਉਹ ਅੰਨੇ ਹੋ ਗਏ। ਉੱਥੋਂ ਦੇ ਰੈਜੀਮੈਂਟ ਕਾਉਂਸਲ ਨੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੂੰ ਫੇਰ ਇੱਕ ਚਿੱਠੀ ਲਿਖੀ, ਜਿਸ ਵਿੱਚ ਉਹਨਾਂ ਨੇ ਭਾਈ ਸਾਹਿਬ ਨੂੰ ਕੁਝ ਖੁੱਲ੍ਹਾਂ ਦੇਣ ਬਾਰੇ ਸਿਫਾਰਿਸ਼ ਕੀਤੀ। ਉਹਨਾਂ ਕਿਹਾ ਕਿ ਭਾਈ ਸਾਹਿਬ ਨੂੰ ਕੁਝ ਹਵਾਖੋਰੀ ਲਈ ਬਾਹਰ ਲਿਜਾਣਾ ਜ਼ਰੂਰੀ ਹੈ, ਪਰ ਅੰਗਰੇਜ਼ਾਂ ਨੇ ਇਸ ਮਾਮੂਲੀ ਖੁੱਲ੍ਹ ਲਈ ਵੀ ਨਾ ਕਰ ਦਿੱਤੀ। ਇਹੋ ਜਿਹੇ ਘਿਨਾਉਣੇ ਵਾਤਾਵਰਣ ਵਿੱਚ ਕੋਈ ਕਦੋਂ ਤੱਕ ਜਿੰਦਾ ਰਹਿ ਸਕਦਾ ਹੈ। ਹੁਣ 5 ਜੁਲਾਈ 1856 ਨੂੰ ਆਖਿਰ ਗੁਰੂ ਦਾ ਪਿਆਰਾ ਸਿੱਖ ਕੌਮ ਲਈ ਆਪਣੀ ਜਾਨ ਵਾਰ ਗਿਆ ਤੇ ਉਹਨਾਂ ਨੇ 6 ਸਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿੰਗਾਪੁਰ ਦੀ ਜੇਲ੍ਹ ਵਿੱਚ ਆਪਣੇ ਆਖਰੀ ਸਾਹ ਲਏ।